ਅੱਜ ਦੀ ਸਾਡੀ ਇਹ ਘਟਨਾ ਪੰਜਾਬ ਦੇ ਇੱਕ ਸਮੇਂ ਦੇ ਰਹੇ ਪੁਲਿਸ ਡੀਜੀਪੀ ਦੀ ਹੈ। ਇੱਕ ਅਜਿਹੀ ਘਟਨਾ ਜਿਸ ਨੇ ਅਜੋਕੇ ਸਮੇਂ ਨੂੰ ਸ਼ੀਸ਼ਾ ਦਿਖਾ ਕੇ ਅਸਲ ਸੱਚ ਤੋਂ ਜਾਣੂ ਕਰਵਾਇਆ, ਜਿਸ ਸੱਚ ਨੂੰ ਝੂਠ ਦੇ ਪਰਦਿਆਂ ਨੇ ਢੱਕ ਲਿਆ ਸੀ। ਐਨੇ ਵੱਡੇ ਰੈਂਕ ਦਾ ਪੁਲਿਸ ਮੋਹਰੀ ਅਫਸਰ ਜਿਸ ਦੀ ਕਮਾਂਡ ਦੇ ਵਿੱਚ ਪੰਜਾਬ ਦੀ ਸਾਰੀ ਪੁਲਿਸ ਸੇਵਾ ਕਰਦੀ ਹੋਵੇ, ਐਨਾ ਵੱਡਾ ਅਫਸਰ ਕਿਉਂ ਸਾਰੀ ਦੁਨੀਆ ਦੇ ਸਾਹਮਣੇ ਰੋ ਪਿਆ? ਇਹ ਘਟਨਾ ਜਾਣ ਕੇ ਤੁਸੀਂ ਇੱਕ ਵਾਰ ਅੰਦਰ ਤੱਕ ਹਿੱਲ ਜਾਵੋਗੇ। ਜਿਸ ਵਾਹਿਗੁਰੂ ਨੇ ਉਸ ਭੁੱਲੇ ਹੋਏ ਡੀਜੀਪੀ ਨੂੰ ਸਹੀ ਦਰਬਾਰ ਤੇ ਲਿਆ ਕੇ ਖੜਾ ਕਰ ਦਿੱਤਾ, ਉਸੀ ਪਰਮਾਤਮਾ ਵਾਹਿਗੁਰੂ ਸਾਡੇ ਤੁਹਾਡੇ ਵਰਗਿਆਂ ਤੇ ਮਿਹਰ ਕਰਕੇ ਸਹੀ ਦਰਵਾਜ਼ੇ ਤੇ ਲਿਆ ਕੇ ਖੜਾ ਕਰ ਸਕਦਾ ਹੈ। ਇੱਕ ਕਿਤਾਬ ਜਿਸ ਦਾ ਨਾਮ ਇੱਕ ਓਅੰਕਾਰ ਗੁਰਪ੍ਰਸਾਦ ਹੈ, ਉਹ ਪੰਜਾਬ ਦੇ ਡੀਜੀਪੀ ਰਹੇ ਸਰਦਾਰ ਜਰਨੈਲ ਸਿੰਘ ਚਾਹਲ ਜੀ ਨੇ ਲਿਖੀ ਹੈ। ਇਸ ਕਿਤਾਬ ਦੇ ਵਿੱਚ ਚਾਹਲ ਸਾਹਿਬ ਨੇ ਗੁਰਬਾਣੀ ਦੀਆਂ ਪੰਕਤੀਆਂ ਲੈ ਕੇ ਸਿੱਖੀ ਦੇ 2700 ਸਿਧਾਂਤਾਂ ਦਾ ਵਰਣਨ ਕੀਤਾ ਹੈ। ਜਦੋਂ ਇਹ ਕਿਤਾਬ ਕਿਸੇ ਸਿੱਖ ਪ੍ਰਚਾਰਕ ਦੇ ਹੱਥ ਲੱਗੀ ਤਾਂ ਉਸਨੇ ਇਸ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਕਿਤਾਬ ਪੜ੍ਹ ਕੇ ਸਿੱਖ ਪ੍ਰਚਾਰਕ ਬੜਾ ਹੈਰਾਨ ਹੋਇਆ ਜਦੋਂ ਉਸ ਨੂੰ ਇਹ ਪਤਾ ਚੱਲਿਆ ਕਿ ਇਹ ਕਿਤਾਬ ਪੁਲਿਸ ਦੇ ਸਾਬਕਾ ਡੀਜੀਪੀ ਨੇ ਲਿਖੀ ਹੈ। ਪੁਲਿਸ ਦਾ ਨਾਮ ਸੁਣ ਕੇ ਸਭ ਦੇ ਮਨਾਂ ਦੇ ਵਿੱਚ ਵੱਖਰਾ ਵੱਖਰਾ ਚਿਹਰਾ ਸਾਹਮਣੇ ਆਉਂਦਾ ਹੈ। ਉਸ ਪ੍ਰਚਾਰਕ ਨੇ ਦੇਖਿਆ ਕਿ ਇਸ ਕਿਤਾਬ ਦੇ ਵਿੱਚ ਜੋ 2700 ਸਿਧਾਂਤ ਦੱਸੇ ਹਨ, ਉਹ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਕਿਸੇ ਬੜੇ ਹੀ ਸੁਲਝੇ ਹੋਏ ਸਿੱਖ ਵਿਦਵਾਨ ਨੇ ਲਿਖੇ ਹੋਣ। ਇੱਕ ਪੁਲਿਸ ਦਾ ਇੰਨਾ ਵੱਡਾ ਅਫਸਰ ਕਿਵੇਂ ਇਸ ਤਰ੍ਹਾਂ ਦੀਆਂ ਡੂੰਘੀਆਂ ਸਿੱਖੀ ਦੀਆਂ ਗੱਲਾਂ ਕਰ ਸਕਦਾ ਹੈ, ਉਹ ਵੀ ਗੁਰਬਾਣੀ ਦੀਆਂ ਤੁਕਾਂ ਪੰਕਤੀਆਂ ਨੂੰ ਨਾਲ ਲੈ ਕੇ ਸਮਝਾ ਰਿਹਾ ਹੈ। ਇਹ ਜ਼ਰੂਰ ਕਿਤੇ ਨਾ ਕਿਤੇ ਇੱਕ ਪਰਮਾਤਮਾ ਦੇ ਨਾਲ ਜੁੜੀ ਹੋਈ ਆਤਮਾ ਹੈ। ਗੁਰੂ ਨਾਨਕ ਸਾਹਿਬ ਨੇ ਜ਼ਰੂਰ ਇਹਨਾਂ ਦੇ ਜੀਵਨ ਦੇ ਵਿੱਚ ਕੁਝ ਬਖਸ਼ਿਸ਼ ਕੀਤੀ ਹੋਵੇਗੀ, ਪਰ ਉਹ ਸਿੱਖ ਪ੍ਰਚਾਰਕ ਚਾਹਲ ਸਾਹਿਬ ਬਾਰੇ ਕੁਝ ਵੀ ਨਹੀਂ ਜਾਣਦਾ ਸੀ। ਸੋ ਸਮਾਂ ਲੰਘਿਆ ਤਾਂ ਉਸ ਸਿੱਖ ਪ੍ਰਚਾਰਕ ਦਾ ਮਿਲਾਪ ਚੰਡੀਗੜ੍ਹ ਵਿਖੇ ਡੀਜੀਪੀ ਜਰਨੈਲ ਸਿੰਘ ਚਾਹਲ ਦੇ ਨਾਲ ਹੋਇਆ। ਗੱਲਾਂ ਬਾਤਾਂ ਕੀਤੀਆਂ ਅਤੇ ਕਿਹਾ ਕਿ ਮੈਂ ਤੁਹਾਡੀ ਲਿਖੀ ਗਈ ਕਿਤਾਬ ਪੜ੍ਹ ਕੇ ਬਹੁਤ ਖੁਸ਼ ਹੋਇਆ ਤੇ ਨਾਲ ਹੀ ਨਾਲ ਹੈਰਾਨ ਵੀ ਬਹੁਤ ਹੋਇਆ ਕਿ ਇੰਨੀ ਵੱਡੇ ਡੂੰਗੀ ਸਿੱਖੀ ਦੇ ਸਿਧਾਂਤ ਇਹ ਕਿਵੇਂ ਇੱਕ ਪੁਲਿਸ ਦੇ ਆਲਾ ਅਫਸਰ ਦੀ ਕਲਮ ਦੇ ਵਿੱਚੋਂ ਨਿਕਲ ਸਕਦੇ ਹਨ। ਜ਼ਰੂਰ ਕੁਝ ਅਜਿਹਾ ਤੁਹਾਡੇ ਜੀਵਨ ਦੇ ਵਿੱਚ ਵਾਪਰਿਆ ਜਿਸ ਨੇ ਤੁਹਾਨੂੰ ਇਹ ਲਿਖਣ ਲਈ ਪ੍ਰੇਰਿਆ। ਤਾਂ ਫਿਰ ਡੀਜੀਪੀ ਚਾਹਲ ਜੀ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਉਹ ਟਰਨਿੰਗ ਪੁਆਇੰਟ ਦੱਸਿਆ ਜਿੱਥੋਂ ਉਹ ਗੁਰੂ ਨਾਨਕ ਸਾਹਿਬ ਦੇ ਘਰ ਵੱਲ ਨੂੰ ਮੁੜੇ ਸੀ। ਡੀਜੀਪੀ ਚਾਹਲ ਨੇ ਦੱਸਿਆ ਕਿ ਉਹਨਾਂ ਦੀ ਜ਼ਿੰਦਗੀ ਆਮ ਪੁਲਿਸ ਅਫਸਰ ਵਾਂਗ ਚੱਲ ਰਹੀ ਸੀ, ਕੋਈ ਵੱਡੀ ਗੁਰਬਾਣੀ ਵੱਲ ਖਿੱਚ ਵੀ ਨਹੀਂ ਸੀ। ਤਾਂ ਫਿਰ ਮੇਰੀ ਡਿਊਟੀ ਐਸਐਸਪੀ ਬ੍ਰਿੰਦਾਵਨ ਵਿੱਚ ਲੱਗੀ। ਉਹਨਾਂ ਸਮਿਆਂ ਦੇ ਵਿੱਚ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਸੀ। ਉਸ ਸਮੇਂ ਬ੍ਰਿੰਦਾਵਨ ਦੇ ਵਿੱਚ ਇੱਕ ਬਹੁਤ ਵੱਡੇ ਸਨਾਤਨੀ ਸੰਤ ਮਹਾਂਪੁਰਸ਼ ਰਿਹਾ ਕਰਦੇ ਸੀ, ਜਿਨ੍ਹਾਂ ਦਾ ਨਾਮ ਬਹੁਤ ਹੀ ਵਿਖਿਆਤ ਸੀ। ਦੂਰੋਂ ਦੂਰੋਂ ਲੋਕ ਉਹਨਾਂ ਦੇ ਦਰਸ਼ਨਾਂ ਲਈ ਬਚਨ ਵਿਲਾਸ ਕਰਨ ਵਾਸਤੇ ਆਉਂਦੇ ਸੀ। ਉਸ ਸਮੇਂ ਦੇ ਸਰਕਾਰੀ ਅਫਸਰ, ਇੱਥੇ ਤੱਕ ਆਪ ਇੰਦਰਾ ਗਾਂਧੀ, ਡਿਫੈਂਸ ਮਿਨਿਸਟਰ ਜੀਵਨ ਲਾਲ ਤੇ ਉਹਨਾਂ ਦਾ ਸਾਰਾ ਹੀ ਮੰਤਰੀ ਮੰਡਲ ਉਹਨਾਂ ਮਹਾਂਪੁਰਸ਼ਾਂ ਦੇ ਕੋਲ ਬ੍ਰਿੰਦਾਵਨ ਆਉਂਦਾ ਸੀ ਤੇ ਉਹਨਾਂ ਸੰਤਾਂ ਦੀ ਬਖਸ਼ਿਸ਼ ਲੈ ਕੇ ਹੀ ਕੋਈ ਵੀ ਕੰਮ ਸ਼ੁਰੂ ਕਰਦਾ ਸੀ। ਕਿਸੇ ਵੀ ਕੰਮ ਤੋਂ ਪਹਿਲਾਂ, ਚਾਹੇ ਉਹ ਰਾਜਨੀਤੀ ਦਾ ਹੋਵੇ ਜਾਂ ਫਿਰ ਨਿੱਜੀ ਘਰੇਲੂ ਕੰਮ, ਸਾਰਾ ਮੰਤਰੀ ਮੰਡਲ ਉਹਨਾਂ ਸਨਾਤਨੀ ਸੰਤਾਂ ਮਹਾਂਪੁਰਸ਼ਾਂ ਦੀ ਸ਼ਰਨ ਦੇ ਵਿੱਚ ਆ ਕੇ ਸਿਰ ਝੁਕਾਉਂਦਾ ਸੀ ਤੇ ਫਿਰ ਹੀ ਕੰਮ ਸ਼ੁਰੂ ਕਰਦਾ ਸੀ। ਜਦੋਂ ਮੈਂ ਉੱਥੇ ਐਸਐਸਪੀ ਸੀ ਤਾਂ ਮੈਂ ਇਹ ਸਭ ਕੁਝ ਆਪਣੀ ਅੱਖੀ ਹੁੰਦਾ ਦੇਖਿਆ। ਇੱਕ ਇਨਸਾਨ ਦੀਆਂ ਇੱਛਾਵਾਂ ਕਦੀ ਪੂਰੀਆਂ ਨਹੀਂ ਹੁੰਦੀਆਂ। ਮੈਂ ਵੀ ਇੱਕ ਇਨਸਾਨ ਸੀ। ਮੈਂ ਵੀ ਸੋਚਿਆ ਕਿ ਕਿਉਂ ਨਾ ਮਹਾਂਪੁਰਸ਼ਾਂ ਦੇ ਕੋਲ ਜਾ ਕੇ ਕੋਈ ਬੇਨਤੀ ਕਰਾਂ। ਇਹੀ ਸੋਚ ਲੈ ਕੇ ਮੈਂ ਐਸਐਸਪੀ ਬ੍ਰਿੰਦਾਵਨ ਸੰਤਾਂ ਮਹਾਂਪੁਰਸ਼ਾਂ ਦੇ ਕੋਲ, ਉਹਨਾਂ ਸਨਾਤਨੀ ਮਹਾਂਪੁਰਸ਼ਾਂ ਦੇ ਕੋਲ ਪਹੁੰਚਿਆ। ਜਾ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਂਪੁਰਖੋ, ਮੇਰੇ ਗਰੀਬ ਤੇ ਵੀ ਕੋਈ ਕਿਰਪਾ ਕਰੋ, ਮੇਰੀ ਝੋਲੀ ਦੇ ਵਿੱਚ ਵੀ ਕੋਈ ਦਾਤ ਪਾਓ। ਐਸਐਸਪੀ ਚਾਹਲ ਵੱਲ ਦੇਖ ਕੇ ਉਹ ਸਨਾਤਨੀ ਮਹਾਂਪੁਰਸ਼ ਬੋਲੇ ਕਿ ਇੱਕ ਸਿੱਖ ਹੋ ਕੇ ਮੇਰੇ ਕੋਲੋਂ ਕਿਉਂ ਮੰਗ ਰਿਹਾ ਹੈ। ਦੇਖਣ ਵਾਲੀ ਗੱਲ ਤਾਂ ਇਹ ਸੀ ਕਿ ਇੱਕ ਹਿੰਦੂ ਸੰਤ ਇੱਕ ਸਿੱਖ ਨੂੰ ਇਹ ਗੱਲ ਕਹਿ ਰਿਹਾ ਸੀ। ਉਹਨਾਂ ਮਹਾਂਪੁਰਸ਼ਾਂ ਨੇ ਫਿਰ ਕਿਹਾ ਕਿ ਐਸਐਸਪੀ ਸਾਹਿਬ, ਗੁਰੂ ਨਾਨਕ ਦੇ ਸਿੱਖ ਹੋ ਕੇ ਕਿਸੇ ਹੋਰ ਕੋਲੋਂ ਮੰਗਣ ਜਾਂਦੇ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਚਾਹਲ ਸਾਹਿਬ ਨੇ ਫਿਰ ਕਿਹਾ ਕਿ ਮਹਾਂਪੁਰਖੋ, ਮੈਂ ਹੱਥ ਜੋੜ ਕੇ ਕਹਿੰਦਾ ਹਾਂ, ਤੁਹਾਡੇ ਕੋਲ ਇੰਨੇ ਵੱਡੇ ਲੋਕ ਆਉਂਦੇ ਹਨ, ਤੁਸੀਂ ਸਾਰਿਆਂ ਦੀਆਂ ਝੋਲੀਆਂ ਭਰਦੇ ਹੋ। ਜੇਕਰ ਮੇਰੀ ਝੋਲੀ ਦੇ ਵਿੱਚ ਵੀ ਕੋਈ ਦਾਤ ਪਾ ਦੇਵੋਗੇ ਤਾਂ ਕੀ ਘਾਟਾ ਪੈ ਜਾਵੇਗਾ? ਉਸ ਮਹਾਂਪੁਰਸ਼ ਨੇ ਫਿਰ ਦੁਬਾਰਾ ਪੁੱਛਿਆ ਕਿ ਜ਼ਰੂਰੀ ਮੇਰੇ ਕੋਲੋਂ ਹੀ ਕੁਝ ਲੈਣਾ ਹੈ? ਤਾਂ ਚਾਹਲ ਸਾਹਿਬ ਨੇ ਹੱਥ ਜੋੜ ਕੇ ਕਿਹਾ ਕਿ ਹਾਂ ਮਹਾਂਪੁਰਖੋ, ਤੁਹਾਡੇ ਕੋਲੋਂ ਹੀ ਦਾਤ ਲੈਣੀ ਹੈ। ਤਾਂ ਫਿਰ ਬਾਰ-ਬਾਰ ਕਹਿਣ ਤੇ ਉਹਨਾਂ ਮਹਾਂਪੁਰਖਾਂ ਨੇ ਕਿਹਾ ਕਿ ਚਾਹਲ ਸਾਹਿਬ, ਪੈਨ ਕਾਗਜ਼ ਕੱਢੋ, ਮੈਂ ਕੁਝ ਲਿਖਾਉਂਦਾ ਹਾਂ, ਉਸ ਦਾ ਜਾਪ ਕਰਿਆ ਕਰੋ। ਚਾਹਲ ਸਾਹਿਬ ਨੇ ਜਲਦੀ ਦੇ ਨਾਲ ਪੈਨ ਕਾਗਜ਼ ਕੱਢਿਆ ਅਤੇ ਕਿਹਾ ਕਿ ਲਿਖਾਓ ਮਹਾਂਪੁਰਸ਼ੋ, ਕੀ ਲਿਖਾਉਣਾ ਚਾਹੁੰਦੇ ਹੋ? ਇੱਕ ਹਿੰਦੂ ਮਹਾਂਪੁਰਖ ਇੱਕ ਸਿੱਖ ਨੂੰ ਕਹਿ ਰਿਹਾ ਹੈ ਕਿ ਚਾਹਲ ਸਾਹਿਬ ਲਿਖੋ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚਾਹਲ ਸਾਹਿਬ, ਇਸ ਦਾ ਜਾਪ ਕਰਿਆ ਕਰੋ, ਜੋ ਮੰਗੋਗੇ ਮਿਲੇਗਾ, ਜੋ ਚਾਹੋਗੇ ਉਸੇ ਤਰ੍ਹਾਂ ਹੋਵੇਗਾ।
ਉਸ ਵੇਲੇ ਚਾਹਲ ਸਾਹਿਬ ਨੇ ਕਿਹਾ ਕਿ ਮੈਂ ਬੜਾ ਰੋਇਆ, ਬਹੁਤ ਜ਼ਿਆਦਾ ਉਸ ਮਹਾਂਪੁਰਖਾਂ ਦੇ ਅੱਗੇ ਰੋਇਆ। ਮੈਂ ਉਸ ਵੇਲੇ ਸੋਚਿਆ ਕਿ ਆਪਾਂ ਸਾਰੀ ਉਮਰ ਪੜ੍ਹਦੇ ਤੇ ਸੁਣਦੇ ਆਏ ਹਾਂ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹ ਬਸ ਪੜ੍ਹਦੇ ਹੀ ਆਏ ਹਾਂ ਪਰ ਮੰਨਿਆ ਕਦੀ ਵੀ ਨਹੀਂ ਤੇ ਅੱਜ ਵੀ ਨਹੀਂ ਮੰਨ ਰਹੇ। ਜੇਕਰ ਮੰਨਦੇ ਹੁੰਦੇ ਤਾਂ ਇੱਧਰ ਉੱਧਰ ਨਾ ਭਟਕਦੇ। ਉਸ ਸਨਾਤਨੀ ਮਹਾਂਪੁਰਖ ਨੇ ਮੈਨੂੰ ਸ਼ੀਸ਼ਾ ਦਿਖਾ ਦਿੱਤਾ ਕਿ ਆਪਾਂ ਕਿੱਥੇ ਸਟੈਂਡ ਕਰਦੇ ਹਾਂ। ਸਭ ਕੁਝ ਹੈ ਸਿੱਖਾਂ ਦੇ ਕੋਲ, ਪਰ ਅੱਜ ਵੀ ਸਾਡੇ ਕੁਝ ਸਿੱਖ ਪਖੰਡੀਆਂ ਦੇ ਪਿੱਛੇ ਆਪਣਾ ਸਮਾਂ ਤੇ ਪੈਸਾ ਖਰਾਬ ਕਰ ਰਹੇ ਹਨ। ਅਸਲ ਮਹਾਂਪੁਰਖ ਤਾਂ ਉਹ ਸਨਾਤਨੀ ਸੰਤ ਸੀ ਜਿਨ੍ਹਾਂ ਨੇ ਡੀਜੀਪੀ ਚਾਹਲ ਨੂੰ ਸ਼ੀਸ਼ਾ ਦਿਖਾ ਕੇ ਗੁਰੂ ਨਾਨਕ ਦੇ ਦਰ ਦੇ ਨਾਲ ਜੋੜਿਆ ਸੀ। ਤਾਂ ਆਪਾਂ ਕਿਹਨਾਂ ਪਿੱਛੇ ਤੁਰੇ ਫਿਰਦੇ ਹਾਂ, ਉਹ ਸਾਨੂੰ ਹੀ ਸੋਚਣਾ ਪਵੇਗਾ। ਇੱਕ ਸੰਤ ਈਸ਼ਰ ਸਿੰਘ ਜੀ ਸੀ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਵੀ ਮਿਲਣ ਦਾ ਸਮਾਂ ਨਹੀਂ ਦਿੱਤਾ ਸੀ, ਜਿਸ ਨੇ ਬਾਰ-ਬਾਰ ਉਹਨਾਂ ਦੀ ਮਿੰਨਤਾਂ ਵੀ ਕੀਤੀਆਂ ਸੀ। ਤੇ ਕੁਝ ਅੱਜ ਦੇ ਸਾਧ ਹਨ ਜੋ ਸਿਰਫ ਵੱਡੇ ਲੋਕਾਂ ਨੂੰ ਹੀ ਮਿਲਦੇ ਹਨ, ਸਿਰਫ ਵੱਡੇ ਅਮੀਰ ਲੋਕਾਂ ਨੂੰ ਹੀ ਆਪਣੇ ਕੋਲ ਬਿਠਾਉਂਦੇ ਹਨ ਤੇ ਆਪਾਂ ਉਹਨਾਂ ਦੇ ਪਿੱਛੇ ਹੀ ਤੁਰੇ ਫਿਰਦੇ ਹਾਂ। ਸੋਚਣਾ ਸਮਝਣਾ ਸਾਨੂੰ ਹੀ ਪੈਣਾ ਹੈ। ਪਰ ਆਪਾਂ ਲੋਕ ਅੱਜ ਦੇ ਹਾਲਾਤਾਂ ਨੂੰ ਦੇਖ ਕੇ ਪਹਿਲਾਂ ਦੇ ਸੰਤਾਂ ਮਹਾਂਪੁਰਖਾਂ ਨੂੰ ਚੰਗਾ ਭਲਾ ਬੋਲਦੇ ਹਾਂ, ਉਹ ਵੀ ਗਲਤ ਹੈ। ਕੁਝ ਦੇਖ ਕੇ ਪੜ੍ਹ ਕੇ ਕਦਮ ਚੁੱਕਣਾ ਹੀ ਸਮਝਦਾਰੀ ਹੈ।